आवाज़ पंजाब दी चैनल वेख रहे सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰੇ ਪਿੰਡ ਦੀ ਆਵਾਜ਼। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਰਦਾਲੀ ਕਲਾਂ ਵਿਖੇ। ਬਰਦਾਰੀ ਖੁਰਦ ਪਿੰਡ ਵਿਖੇ ਵੀ ਅਸੀਂ ਪਹੁੰਚੇ ਸੀ, ਲੇਕਿਨ ਹੁਣ ਜਿਹੜਾ ਪਿੰਡ ਆ ਉਹ ਬਰਦਾਲੀ ਕਲਾਂ ਵਿਖੇ ਮੌਜੂਦ ਆ, ਜਿੱਥੋਂ ਦੇ ਸਰਪੰਚ ਮੈਡਮ ਜਸਵੀਰ ਕੌਰ ਵਾਈਫ ਆਫ ਸਰਦਾਰ ਕੁਲਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਆ। ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਪਿੰਡਾਂ 'ਚ ਜਾ ਕੇ ਵਿਕਾਸੀ ਪੱਧਰ ਉੱਪਰ ਗੱਲ ਕਰਦੇ ਹਾਂ, ਵੈਕਸੀਨੇਸ਼ਨ ਨੂੰ ਲੈ ਕੇ ਵੀ ਗੱਲ ਕਰਦੇ ਹਾਂ। ਇਵੇਂ ਹੀ ਅੱਜ ਅਸੀਂ ਬਰਦਾਲੀ ਕਲਾਂ ਵਿਖੇ ਮੌਜੂਦ ਹਾਂ, ਜਿੱਥੋਂ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਆਪਣੇ ਪਿੰਡ ਬਾਰੇ, ਕੀ ਵਿਕਾਸ ਉਹ ਜਿਹੜਾ ਕਰਵਾ ਚੁੱਕੇ ਆ। ਤੇ ਆਓ ਚੱਲਦੇ ਹਾਂ ਉਹਨਾਂ ਵੱਲ ਤੇ ਉਹਨਾਂ ਨਾਲ ਹੀ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ। ਪਿੰਡ ਵਾਸੀਆਂ ਨੂੰ ਕੀ ਕਹੋਗੇ ਆਪਣੇ ਤੁਸੀਂ? ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਜੀ। ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਆ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ। ਧੰਨਵਾਦ ਜੀ। ਤੇ ਮੈਂ ਤਹਿ ਦਿਲੋਂ ਆਪਣੇ ਪਿੰਡ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ। ਤੇ ਅੱਗੇ ਅਸੀਂ ਇਹ ਕਹਿੰਦੇ ਵੀ ਸਾਡੇ ਜੇ ਸਾਰਾ ਪਿੰਡ ਮੇਰੇ ਨਾਲ ਇਸ ਤਰ੍ਹਾਂ ਹੀ ਸਹਿਯੋਗ ਦਿੰਦਾ ਰਹੂਗਾ, ਮੈਂ ਆਪਣੇ ਦਿਲ 'ਚ ਸਮਝਦਾ ਜਿਵੇਂ ਚੰਡੀਗੜ੍ਹ ਮੈਂ ਪਿੰਡ ਨੂੰ ਹੀ ਚੰਡੀਗੜ੍ਹ ਬਣਾ ਦਵਾਂ। ਬਹੁਤ ਵਧੀਆ ਸੋਚ ਹੈ ਜੀ। ਸਟਾਰਟਿੰਗ ਕਰਾਂਗੇ ਆਪਾਂ ਵੈਕਸੀਨੇਸ਼ਨ ਤੋਂ। ਪਿੰਡ ਦੀ ਜਿਹੜੀ ਵੈਕਸੀਨੇਸ਼ਨ ਆ ਕਿੰਨੇ % ਤੱਕ ਕੰਪਲੀਟ ਹੋ ਚੁੱਕੀ ਹੈ? ਮੇਰੇ ਪਿੰਡ ਦੀ ਜੋ ਵੈਕਸੀਨੇਸ਼ਨ ਆ ਜੀ, ਪਿਛਲੇ ਹਫਤੇ ਅਸੀਂ ਕੈਂਪ ਲਾਇਆ ਸੀ, ਜਿਸ ਦੇ ਵਿੱਚ ਹੁਣ ਉਸੇ ਦਿਨ ਹੀ 245 ਇੰਜੈਕਸ਼ਨ ਲਗਵਾਏ ਗਏ, ਪਰ ਮੇਰੇ ਹਿਸਾਬ ਨਾਲ ਜੀ 80% ਵੈਕਸੀਨੇਸ਼ਨ ਹੋ ਚੁੱਕੀ ਹੈ ਜੀ ਪਿੰਡ ਦੀ। ਹਾਂਜੀ, ਜਦੋਂ ਸਰਪੰਚ ਸਾਹਿਬ ਤੁਸੀਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ, ਪਿੰਡਾਂ 'ਚ ਜਾਈਦਾ ਦੇਖੀਦਾ ਆ ਕਾਫੀ ਦਿੱਕਤ ਆਉਂਦੀ ਹੈ, ਕਈ ਪਿੰਡ ਵੈਸੇ ਇਸ ਚੀਜ਼ ਨੂੰ ਲੈ ਕੇ ਐਗਰੀ ਨਹੀਂ ਕਰਦੇ। ਕਿ ਤੁਹਾਨੂੰ ਵੀ ਇਦਾਂ ਦੀ ਕੋਈ ਦਿੱਕਤ ਆਈ? ਸਾਨੂੰ ਜੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ, ਸਗੋਂ ਸਾਨੂੰ ਪਿੰਡ ਵਾਸੀ ਆਪਣੇ ਆਪ ਕਹਿ ਰਹੇ ਸੀ ਸਾਡੇ ਇੰਜੈਕਸ਼ਨ ਲਓ। ਸਾਡੇ ਤਾਂ ਜੀ ਉਸ ਦਿਨ ਵੈਕਸੀਨ ਜੋ ਇੰਜੈਕਸ਼ਨ ਸੀ ਉਹ ਘਟ ਗਿਆ, ਉਹ ਦੁਬਾਰਾ ਜਿਸ ਦਿਨ ਸਾਨੂੰ ਅਲਾਉਡ ਕਰਨਗੇ ਅਸੀਂ ਫਿਰ ਕੈਂਪ ਲਵਾ ਕੇ ਪੂਰੀ ਕਰਾਂਗੇ। ਜਿਹੜੇ ਪਿੰਡ ਵਾਸੀ ਇਸ ਟਾਈਮ ਸਾਨੂੰ ਦੇਖ ਰਹੇ ਨੇ, ਜਿਹੜੇ ਨਹੀਂ ਐਗਰੀ ਕਰਦੇ, ਕਿ ਸ਼ਾਇਦ ਉਹਨਾਂ ਦੇ ਦਿਲ 'ਚ ਇੱਕ ਡਰ ਬੈਠਿਆ ਹੋਇਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਇਹ ਜੀ ਸਿਰਫ ਅਫਵਾਹਾਂ ਤੋਂ ਬਿਨਾਂ ਕੁਝ ਨਹੀਂ ਹੈ, ਇਹ ਸਾਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਆ। ਜੋ ਇਹ ਵੈਕਸੀਨ ਆ ਜੀ, ਇਹ ਲੋਕਾਂ ਦਾ ਕਹਿਣਾ ਵੀ ਇਹਦੇ ਨਾਲ ਵੀ ਕਰੋਨਾ ਵੀ ਕਈ ਕਹਿੰਦੇ ਨੇ ਮਰ ਜਾਂਦਾ ਜਾਂ ਹੁੰਦਾ, ਇਹ ਜੀ ਕੋਈ ਇਹ ਸਭ ਵਹਿਮ ਨੇ। ਸਗੋਂ ਜੋ ਇਹ ਵੈਕਸੀਨੇਸ਼ਨ ਆ, ਕਰੋਨਾ ਹੁੰਦਾ ਜ਼ਰੂਰ, ਇਹ ਨਹੀਂ ਵੀ ਹੋਣਾ ਨਹੀਂਗਾ, ਹੁੰਦਾ ਜ਼ਰੂਰ ਆ, ਪਰ ਉਹਦੇ ਵਿੱਚ ਇਹ ਬੰਦੇ ਦੀ ਡੈਥ ਨਹੀਂ ਹੋ ਜਾਂਦੀ ਜੀ ਵੈਕਸੀਨੇਸ਼ਨ ਜੋ ਕਰਵਾਉਂਦਾ ਜੀ। ਸਿਰਫ ਇਹਦੀ ਜਿਹਨੂੰ ਕਿ ਬੋਲਦੀ ਹੈ ਕਿ ਪਰਹੇਜ਼ ਰੱਖਣ ਦੀ ਹਾਂ ਜੀ, ਹਾਂਜੀ ਹਾਂ, ਕਿਸੇ ਵੀ ਚੀਜ਼ ਨੂੰ ਆਪਾਂ ਜਿਸ ਤਰ੍ਹਾਂ ਇਹਦੀਆਂ ਇੱਕ ਗਾਈਡਲਾਈਨਸ ਹੁੰਦੀਆਂ, ਉਹਨੂੰ ਫੋਲੋ ਕਰਨ ਦੀ ਜ਼ਰੂਰਤ ਹੁੰਦੀ ਆ, ਉਹਦਾ ਕਰਕੇ। ਦੂਸਰੀ ਆਪਾਂ ਪਿੰਡ ਨੂੰ ਲੈ ਕੇ ਹੁਣ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਆਪਣੀ ਮੌਜੂਦਗੀ ਵਿੱਚ ਕੰਮ ਕਰਵਾਏ ਨੇ ਉਸ ਬਾਰੇ ਵਿਚਾਰ ਦਿਓ। ਅਸੀਂ ਜੀ ਜਿਹੜੇ ਪਿੰਡ ਦੇ ਵਿੱਚ ਸਟਾਰਟਿੰਗ ਦੇ ਵਿੱਚ ਕੰਮ ਕੀਤਾ, ਅਸੀਂ ਬਾਗ ਲਗਵਾਇਆ ਜੀ। ਜੋ ਪਹਿਲੇ ਪੁਰਾਤਨ ਸਮੇਂ 'ਚ ਬਾਗ ਲੱਗੇ ਹੁੰਦੇ ਸੀ, ਆਪਣੇ ਇੱਕ ਸ਼ਹਿਰ ਆ ਮੇਰੇ ਨਾਲ ਹੀ ਮੋਰਿੰਡਾ, ਉਹਦਾ ਨਾਂ ਹੀ ਬਾਗਾਂ ਵਾਲਾ ਹੁੰਦਾ ਸੀ, ਜਦ ਕਿ ਹੁਣ ਇਸ ਟਾਈਮ ਉੱਥੇ ਕੋਈ ਬਾਗ ਨਹੀਂ ਹੈ। ਤੇ ਅਸੀਂ ਇਹ ਸੋਚਿਆ ਸੀ ਪਿੰਡ ਨੂੰ ਗ੍ਰੀਨਰੀ ਤੌਰ ਤੇ ਇਹਨੂੰ ਬਣਾ ਦਈਏ ਆਪਣੇ ਹਿਸਾਬ ਨਾਲ, ਤੇ ਅਸੀਂ ਬਾਗ ਲਵਾਇਆ ਜੀ, ਜੋ ਬਹੁਤ ਵਧੀਆ ਤਰੀਕੇ ਨਾਲ ਪ੍ਰਫੁੱਲਿਤ ਹੋਇਆ। ਉਹਨਾਂ ਬਾਗਬਾਨੀ ਮਹਿਕਮੇ ਵੱਲੋਂ ਸਾਨੂੰ ਕਿਹਾ ਗਿਆ ਸੀ ਵੀ ਤੀਜੇ ਸਾਲ ਫਲ ਲੱਗੂਗਾ, ਪਰ ਸਾਨੂੰ ਦੂਜਾ ਸਾਲ ਹੀ ਹੈ, ਬਹੁਤ ਫਲ ਲੱਗਿਆ ਹੋਇਆ ਇਸ ਟਾਈਮ ਬਾਗ ਦੇ ਵਿੱਚ। ਪਿੰਡ ਦੇ ਨਾਲ ਇਨਵਾਇਰਨਮੈਂਟ ਨੂੰ ਵੀ ਧਿਆਨ 'ਚ ਰੱਖਿਆ ਕਿ ਮੈਂ ਇਨਵਾਇਰਨਮੈਂਟ ਵੀ ਜ਼ਰੂਰ ਆਪਣੇ ਪਿੰਡ ਵਿੱਚ ਲੈ ਕੇ ਆਵਾਂ। ਹਾਂਜੀ ਹਾਂ, ਇਨਵਾਇਰਨਮੈਂਟ ਜੇ ਅਸੀਂ ਇਨਵਾਇਰਨਮੈਂਟ ਦੇ ਕਰਕੇ ਹੀ ਜਿਉਂਦੇ ਹਾਂ। ਜੋ ਸਾਹ ਅੱਜ ਕੱਲ੍ਹ ਚੱਲ ਰਿਹਾ ਜੀ ਵੀ ਆਕਸੀਜਨ ਘਟ ਗਈ ਆ, ਵੀ ਉਹ ਅੱਗੇ ਵਾਸਤੇ ਪ੍ਰੋਬਲਮ ਘਟ ਗੂ ਜੀ। ਜੇ ਆਪਣੇ ਕੋਲ ਬੂਟੇ ਹੋਣਗੇ ਤਾਂ ਆਪਣੀ ਆਪਾਂ ਨੂੰ ਮਿਲੂਗੀ ਆਕਸੀਜਨ ਮਿਲੋ। ਸਰਪੰਚ ਸਾਹਿਬ, ਸ਼ਮਸ਼ਾਨ ਘਾਟ ਪਿੰਡ ਵਿੱਚ ਇੱਕ ਤਾਂ ਕਿੰਨੇ ਨੇ, ਦੂਸਰੇ ਉੱਥੋਂ ਦੇ ਜਿਹੜੇ ਹਾਲਾਤ ਆ ਉਹ ਕਿਵੇਂ ਦੇ? ਜੋ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਆ ਜੀ, ਇੱਕ ਹੀ ਹੈ। ਸਾਡੇ ਪਿੰਡ 4-5 ਜਣੀ ਮੁਸਲਮਾਨ ਹੁਣ ਹੈ ਨਹੀਂ ਜੀ, ਕ੍ਰਿਸਚੀਅਨ ਵੀ ਨੇ, ਤੇ ਹੋਰ 3-4 ਸਮੁਦਾਇ ਦੇ ਲੋਕ ਰਹਿੰਦੇ ਨੇ। ਸਾਰਿਆਂ ਦਾ ਇੱਕੋ ਸ਼ਮਸ਼ਾਨ ਘਾਟ ਆ ਜੀ। ਤੇ ਉਹਦੇ ਚਾਰ ਦੀਵਾਰੇ ਬਣੀ ਹੋਈ ਆ, ਬਾਉਂਡਰੀ ਕੀਤੀ ਗਈ ਆ ਚਾਰ ਚੁਫੇਰੇ ਵਿੱਚ? ਉਸ ਦੀ ਬਾਉਂਡਰੀ ਹੋ ਚੁੱਕੀ, ਜੋ ਉਸ ਸ਼ਮਸ਼ਾਨ ਘਾਟ ਜੀ ਇੱਥੇ ਆਪਾਂ ਕਰਦੇ ਆ ਜੀ, ਹਾਂਜੀ, ਦੇਹ ਸੰਸਕਾਰ ਕਰਦੇ ਆ, ਉਸ ਨੂੰ ਅਸੀਂ ਪੱਕਾ ਕਰ ਦਿੱਤਾ ਜੀ। ਅੱਛਾ ਜੀ, ਉਹਨੂੰ ਵੀ ਤੁਸੀਂ ਪੱਕਾ ਕਰ ਦਿੱਤਾ ਹੋਇਆ ਆ। ਸਰਪੰਚ ਸਾਹਿਬ, ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਉਸ ਚੀਜ਼ ਨੂੰ ਵੀ ਪੱਕਾ ਕਰ ਲਿਆ। ਤੁਸੀਂ ਦੱਸ ਰਹੇ ਸੀ ਨਾ ਕਿ ਅਸੀਂ ਸ਼ੈੱਡ ਨਹੀਂ, ਅਸੀਂ ਲੈਂਟਰ ਪਵਾਇਆ ਹੋਇਆ। ਹਾਂਜੀ ਹਾਂ, ਉਹਦੇ ਉੱਤੇ ਜੇ ਅਸੀਂ ਸ਼ੈੱਡ ਪਾਉਂਦੇ ਸੀ ਜੀ, ਮੰਨ ਲੈਂਦੇ ਆ ਵੀ ਉਹਦੇ ਵਿੱਚ ਪੈਸੇ ਦੀ ਥੋੜ੍ਹੀ ਜਿਹੀ ਬੱਚਤ ਹੁੰਦੀ ਆ, ਪਰ ਉਹ 3-4 ਸਾਲ ਬਾਅਦ ਜਾਂ 10 ਸਾਲ ਬਾਅਦ ਉਹ ਫਿਰ ਗਲ ਜਾਂਦੇ ਆ। ਇਸ ਕਰਕੇ ਅਸੀਂ ਕਿਹਾ ਵੀ ਜੋ ਮੇਰੇ ਨਾਲ ਦੇ ਮੇਰੇ ਸਾਥੀ ਨੇ, ਪੰਚ ਸਾਹਿਬਾਨ ਨੇ, ਉਹਨਾਂ ਨੇ ਵੀ ਇਹੀ ਕਹਿਣਾ ਸੀ ਵੀ ਕੰਮ ਅਸੀਂ ਇਹੋ ਜਿਹਾ ਕਰਨਾ ਵੀ ਜੋ ਹਿੱਲਣ, ਜੋ ਵੀ ਦੁਬਾਰਾ ਨਾ ਕਰਨਾ ਪਵੇ। ਹਾਂਜੀ ਹਾਂ,
ਕਰਨ ਦੀ ਲੋੜ ਨਾ ਪਵੇ ਜੀ। ਸਰਪੰਚ ਸਾਹਿਬ ਪਿੰਡ ਦੇ ਵਿੱਚ ਗਰਾਊਂਡ ਹੈਗੀ ਬੱਚਿਆਂ ਦੀ ਗਰਾਊਂਡ ਨਹੀਂ ਹੈ ਜੀ। ਅਸੀਂ ਸੋਚਿਆ ਹੋਇਆ ਜੋ ਸਾਡੇ ਕੋਲ ਅਗਲੀ ਵਾਰੀ ਅਸੀਂ ਇਹ ਛੱਡ ਦੇਵਾਂਗੇ ਜੀ, ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਛੱਡ ਦੇਵਾਂਗੇ। ਠੀਕ ਹੈ ਜੀ, ਅਗਲੀ ਵਾਰੀ ਤੁਸੀਂ ਆਸ ਕਰਦੇ ਵੀ ਜਿਹੜੀ ਬੱਚਿਆਂ ਨੂੰ ਗਰਾਊਂਡ ਦਿੱਤੀ ਜਾਵੇ ਖੇਡਣ ਨੂੰ। ਠੀਕ ਹੈ ਜੀ। ਦੂਸਰੀ ਆਪਾਂ ਗੱਲ ਕਰਾਂਗੇ ਲੜਕੀਆਂ ਦੀ। ਹੁਣ ਜਾਂ ਗੱਲ ਕਰੀਏ ਪਿੰਡ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆ ਬਹੁਤ ਗਰੀਬ ਘਰ ਹੁੰਦੇ ਨੇ ਜਿਹੜੀਆਂ ਲੜਕੀਆਂ ਪੜ੍ਹ ਨਹੀਂ ਸਕਦੀਆਂ ਜਾਂ ਕੋਈ ਰੋਜ਼ਗਾਰ ਨਹੀਂ ਕਰ ਸਕਦੀਆਂ, ਉਹਨਾਂ ਲਈ ਤੁਸੀਂ ਕੁਝ ਸੋਚਿਆ ਹੋਵੇ ਵੀ ਸਿਲਾਈ ਸੈਂਟਰ ਖੋਲ੍ਹਿਆ ਜਾਵੇ ਪਿੰਡ ਦੇ ਵਿੱਚ? ਤਕਰੀਬਨ ਜੋ ਹੁਣ ਜੀ ਅਸੀਂ ਜਿਨ੍ਹਾਂ ਲੜਕੀਆਂ ਨੇ ਆਪਣੇ ਕੋਰਸ ਕੀਤੇ ਹੋਏ ਸੀ ਉਹਨਾਂ ਨੂੰ ਅਸੀਂ ਸਿਲਾਈ ਮਸ਼ੀਨਾਂ ਦਵਾ ਕੇ ਹਟੇ ਹਾਂ ਵੀ ਜੋ ਵੀ ਦਵਾ ਦਿੱਤੀਆਂ ਨੇ ਜੀ, ਵੀ ਜੋ ਆਪਣਾ ਰੁਜ਼ਗਾਰ ਕਰ ਸਕਦੀਆਂ ਨੇ। ਇੱਕ ਦੋ ਵਿਧਵਾ ਨੇ ਜਿਨ੍ਹਾਂ ਨੂੰ ਵੀ ਜੋ ਨਹੀਂ, ਜਿਨ੍ਹਾਂ ਕੋਲ ਆਮਦਨ ਦਾ ਕੋਈ ਸੋਰਸ ਹੈ ਨਹੀਂਗਾ, ਉਹਨਾਂ ਨੂੰ ਵੀ ਅਸੀਂ ਦਵਾਈਆਂ ਜੀ ਸਿਲਾਈ ਮਸ਼ੀਨਾਂ। ਵੀ ਤੁਸੀਂ ਸਿਲਾਈ ਸੈਂਟਰ ਨਹੀਂ ਖੋਲ੍ਹਿਆ, ਲੇਕਿਨ ਜਿਹੜੀਆਂ ਧੀਆਂ ਨੂੰ ਜ਼ਰੂਰਤ ਆ ਕੰਮ ਦੀ ਜੀ, ਉਹਨਾਂ ਨੂੰ ਤੁਸੀਂ ਜਿਹੜੀਆਂ ਮਸ਼ੀਨਾਂ ਆ ਉਹ ਤੁਹਾਡੇ ਵੱਲੋਂ ਦਿੱਤੀਆਂ ਗਈਆਂ? ਹਾਂਜੀ, ਉਹ ਸਾਨੂੰ ਜੀ ਐਮਐਲਏ ਸਾਹਿਬ ਨੇ ਦਿੱਤੀਆਂ, ਅੱਗੇ ਪ੍ਰੋਵਾਈਡ ਕਰ ਦਿੱਤੀ ਸੀ। ਜੀ, ਵਧੀਆ ਗੱਲ ਹੈ ਕਿ ਤੁਸੀਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਵਾਈਆਂ। ਇਸ ਤੋਂ ਇਲਾਵਾ ਸਰਪੰਚ ਸਾਹਿਬ ਹੋਰ ਜਿਹੜੇ ਕੰਮ ਤੁਸੀਂ ਕਰਵਾਏ ਹੋ? ਅਸੀਂ ਜੀ ਇਸ ਤੋਂ ਜੋ ਜੀ ਆਂਗਨਵਾੜੀ ਸੈਂਟਰ ਸੀ ਉਹ ਬਣਵਾਇਆ ਜੀ। ਅਸੀਂ ਬਹੁਤ ਡੂੰਘਾ ਸੀਗਾ, ਥੱਲੇ ਤੋਂ ਭਰਤ ਪਾ ਕੇ ਉਹ ਬਣਵਾਇਆ। ਨੰਬਰ 2 ਜੋ ਸਾਰਿਆਂ ਨੂੰ ਵੱਡੀ ਪਿੰਡ ਦੀ ਜ਼ਰੂਰਤ ਸੀ, ਸਾਡੇ ਇੱਕ ਦਰਵਾਜ਼ਾ, ਪੁਰਾਤਨ ਦਰਵਾਜ਼ਾ ਹੁੰਦਾ ਸੀ, ਉਹ ਜਿਵੇਂ ਬਿਲਕੁਲ ਖਰਾਬ ਹੋ ਗਿਆ ਸੀ, ਉਹਦਾ ਅਸੀਂ ਦੁਬਾਰਾ ਬਣਾ ਕੇ ਉਹਦਾ ਪੰਚਾਇਤ ਘਰ ਬਣਾ ਲਿਆ ਜੀ, ਜੋ ਦਰਵਾਜ਼ੇ ਦੇ ਤੌਰ ਤੇ ਵਰਤਿਆ ਜਾਊਗਾ ਤੇ ਪੰਚਾਇਤ ਘਰ ਦੇ ਤੌਰ ਤੇ ਵਰਤਿਆ ਜਾਊਗਾ। ਤੁਸੀਂ ਉਹਨੂੰ ਦਰਵਾਜ਼ੇ ਨੂੰ 2 ਕੰਮਾਂ 'ਚ ਲਿਆਂਦਾ, ਇੱਕ ਤਾਂ ਦਰਵਾਜ਼ੇ ਦਾ ਰੂਪ ਤਾਂ ਦਿੱਤਾ ਹੀ ਦਿੱਤਾ ਆ, ਉਹਨੂੰ ਤੁਸੀਂ ਪੰਚਾਇਤ ਘਰ ਵੀ ਬਣਾ ਦਿੱਤਾ ਹੋਇਆ। ਇਹ ਜਿਹੜੀ ਸੋਚ ਸੀ ਇਹ ਤੁਹਾਡੀ ਖੁਦ ਦੀ ਸੀ ਕਿ ਜਾਂ ਪਿੰਡ ਵਾਸੀਆਂ ਨੇ ਤੁਹਾਨੂੰ ਕਿਹਾ ਸੀ ਕਿ ਸਾਡੇ ਦਰਵਾਜ਼ੇ ਨੂੰ ਵੀ ਪੰਚਾਇਤ ਘਰ ਬਣਾ ਦਿੱਤਾ ਜਾਵੇ? ਇਹ ਜੀ ਸਾਡੀ ਮੈਂ ਜਦੋਂ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਉਹਨਾਂ ਨਾਲ ਅਸੀਂ ਮੀਟਿੰਗ ਕੀਤੀ ਵੀ ਆਹ ਕੰਮ ਇਦਾਂ ਹੋ ਸਕਦਾ, ਵੀ ਉਹਨਾਂ ਨੇ ਫਿਰ ਮੇਰੀ ਰਾਏ ਨੂੰ ਸਹੀ ਮੰਨਦੇ ਹੋਏ ਫਿਰ ਇਹਨਾਂ ਨੇ ਡਿਸੀਜਨ ਦਿੱਤਾ ਜੀ ਮੈਨੂੰ। ਆਪਣੇ ਲੰਬੜਦਾਰ ਸਾਹਿਬ ਬੈਠੇ ਨੇ ਮੇਰੇ ਨਾਲ, ਪੰਚ ਸਾਹਿਬ ਵੀ ਨੇ, ਤੇ ਇਹਨਾਂ ਨੇ ਕਿਹਾ ਹਾਂ ਜੀ ਇਹ ਕੰਮ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਹਾਂ ਜੀ। ਸਾਡੇ ਨਾਲ ਪੰਚ ਸਾਹਿਬ ਵੀ ਮੌਜੂਦ ਆ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ, ਅੱਗੇ ਆ ਜਾਓ। ਜਗਪਾਲ ਸਿੰਘ ਬਰਵਾਲੀ ਕਲਾਂ। ਹਾਂਜੀ ਜੀ। ਪੰਚ ਸਾਹਿਬ ਜਿਵੇਂ ਕਿ ਸਰਪੰਚ ਸਾਹਿਬ ਕੰਮ ਕਰਵਾ ਰਹੇ ਨੇ, ਹਾਂਜੀ। ਇੱਕ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕਰਵਾਏ ਨੇ ਬਹੁਤ ਵਧੀਆ ਕੰਮ ਕਰਵਾਏ। ਹਾਂਜੀ, ਠੀਕ ਹੈ ਜੀ। ਤੁਸੀਂ ਪੰਚ ਦਾ ਵੀ ਪੂਰਾ ਹੀ ਸਾਥ ਹੁੰਦਾ ਹੈ, ਉਹ ਵੀ ਇੱਕ ਸਰਪੰਚ ਹੀ ਮੰਨਿਆ ਜਾਂਦੇ ਨੇ ਪਿੰਡ ਦੇ ਕੰਮਾਂ 'ਚ। ਕੀ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਦੇ ਤੇ ਹੁਣ ਦੇ ਕੰਮਾਂ 'ਚ ਕੀ ਫਰਕ ਆ? ਹੁਣ ਤਾਂ ਜੀ ਕੰਮ ਤਾਂ ਜਿਹੜਾ ਹੁੰਦਾ ਠੀਕ ਹੈ ਹੁੰਦਾ, ਕੋਈ ਇਹੋ ਜਿਹਾ ਮਾੜਾ ਕੰਮ ਤਾਂ ਕੋਈ ਨਹੀਂ ਹੁੰਦਾ ਹੈਗਾ। ਹਾਂਜੀ। ਨਹੀਂ, ਪਹਿਲਾਂ ਦੇ ਤੇ ਹੁਣ ਦੇ ਕੰਮਾਂ 'ਚ ਜਿਸ ਤਰ੍ਹਾਂ ਪਹਿਲਾਂ ਬਹੁਤ ਸਾਰੇ ਕੰਮ ਸੀ ਜਿਹੜੇ ਨਹੀਂ ਸੀ ਹੋਏ ਲੇਕਿਨ ਹੁਣ ਹੋ ਰਹੇ ਆ, ਉਹਦੇ 'ਚ ਹੁਣ ਇਹ ਪਾਰਟੀ ਤੋਂ ਉੱਠ ਕੇ ਹੋ ਰਹੇ ਨੇ, ਅੱਗੇ ਪਾਰਟੀਬਾਜ਼ੀ ਚੱਲੀ ਜਾਂਦੀ ਪਿੰਡਾਂ 'ਚ। ਪਾਰਟੀਬਾਜ਼ੀ ਦਾ ਕਰਕੇ ਪਿੰਡ ਦੇ ਕੰਮ ਹੀ ਨਹੀਂ ਸੀ ਹੁੰਦੇ ਜਿਹੜੇ। ਹੁਣ ਉਹਨਾਂ ਤੋਂ ਉੱਠ ਕੇ ਕੰਮ ਹੁੰਦੇ ਨੇ, ਵੀ ਕੋਈ ਪਾਰਟੀਬਾਜ਼ੀ ਵਾਲਾ ਕੰਮ ਨਹੀਂ ਰਿਹਾ। ਮੇਰੀ ਸੋਚ ਇਹ ਸੀਗੀ, ਮੈਂ ਪਹਿਲਾਂ ਜੀ ਦੱਸਦਾ, ਮੈਂ ਫੌਰਨ ਰਿਹਾ, ਉੱਥੇ ਜਦ ਅਸੀਂ ਪਾਰਕ ਦੇ ਵਿੱਚ ਬੈਠੇ ਹੋਣਾ, ਫੁੱਲ ਫਲ ਦੇਖਣੇ, ਹੋਰ ਦੇਖਣੇ, ਆਪਣੇ ਦਿਲ 'ਚ ਸੋਚਿਆ ਕਰਨਾ ਜੀ ਜੇ ਮੇਰਾ ਪਿੰਡ ਇਹੋ ਜਿਹਾ ਹੁੰਦਾ ਫਿਰ ਕਿੰਨਾ ਵਧੀਆ ਲੱਗ। ਕੁਦਰਤੀ ਸਾਨੂੰ ਮੌਕਾ ਰੱਬ ਨੇ ਦਿੱਤਾ। ਮੈਨੂੰ ਉਮੀਦ ਆ ਵੀ ਮੈਂ ਆਪਣੇ ਟੀਚੇ ਦੇ ਨੇੜੇ ਜਾ ਰਿਹਾ। ਉਹ ਜੋ ਅਸੀਂ ਸਕੂਲ ਦੇ ਵਿੱਚ ਪਾਰਕ ਆ, ਜਾ ਕੇ ਤੁਸੀਂ ਦੇਖੋ ਕਿੰਨਾ ਵਧੀਆ। ਉੱਥੇ ਵੈਸੇ ਹੀ ਮਨ ਪਹਿਲਾਂ ਕਿੰਨੇ ਖੜੇ ਹੁੰਦੇ ਸੀ, ਪਖੜਾ ਖੜਾ ਹੁੰਦਾ ਸੀ, ਉਹਦਾ ਪੇਂਟਿੰਗ ਹੋਈ ਆ, ਸਾਰਾ ਕੁਝ ਹੋਇਆ। ਸਕੂਲ ਦਾ ਸਮਾਰਟ ਸਕੂਲ ਦਾ ਦਰਜਾ ਜਿਹੜਾ ਦੇ ਦਿੱਤਾ ਗਿਆ ਆ, ਪੇਂਟਿੰਗ ਕਰਕੇ ਉਹਨੂੰ ਵਧੀਆ ਬਣਾਇਆ ਗਿਆ ਪਹਿਲਾਂ ਦੇ ਵਿੱਚ ਤੇ ਹੁਣ 'ਚ। ਲਾਸਟ ਤੇ ਸਰਪੰਚ ਸਾਹਿਬ ਜਿਹੜੇ ਦਰਸ਼ਕ ਹਨ ਸਾਨੂੰ ਇਸ ਟਾਈਮ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ? ਅਸੀਂ ਇਹੀ ਕਹਿਣਾ ਜੋ ਵੀ ਪਿੰਡ ਦਾ ਕੋਈ ਵੀ ਸਰਪੰਚ ਬਣਦਾ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਉਹਨੂੰ ਕਹਿੰਦਾ ਪਿੰਡ ਪਾਰਟੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਇਹ ਮੇਰੇ ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ, ਜੇ ਇਹੋ ਜਿਹੀ ਗੱਲ ਨਹੀਂ ਸੋਚਣੀ ਚਾਹੀਦੀ। ਸਾਰੇ ਬੰਦਿਆਂ ਦਾ ਕੰਮ ਕਰਨਾ ਚਾਹੀਦਾ। ਸਾਡੇ ਚੈਨਲ ਦੇ ਮਾਧਿਅਮ ਰਾਹੀਂ ਗਵਰਨਮੈਂਟ ਨੂੰ ਕੀ ਬੇਨਤੀ ਕਰਨਾ ਚਾਹੋਗੇ? ਗਵਰਨਮੈਂਟ ਨੂੰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਕਈ ਜਗ੍ਹਾ ਹੁੰਦੀਆਂ ਨੇ ਵੀ ਜਿੱਥੇ ਕਹਿੰਦਾ ਪੈਸਾ ਆਉਂਦਾ, ਉਹ ਸਰਪੰਚ ਦਾ ਦਿਲ ਨਹੀਂ ਹੁੰਦਾ ਵੀ ਕੰਮ ਕਰੀਏ। ਇਹ ਗੱਲ ਜੀ ਮੇਰੀ ਨੋਟ ਕਰਨੇ ਵਾਲੀ ਆ। ਪਰ ਗਵਰਨਮੈਂਟ ਨੂੰ ਇਹ ਸੋਚਣਾ ਜਿੱਥੇ ਕੰਮ ਹੋ ਰਹੇ ਨੇ ਉੱਥੇ ਪੈਸਾ ਦੇਣਾ ਚਾਹੀਦਾ, ਬਈ ਜੋ ਸਰਪੰਚ ਆ ਜੋ ਦਿਲੋਂ ਚਾਹੁੰਦਾ ਕੰਮ ਕਰਨਾ, ਉੱਥੇ ਗਵਰਨਮੈਂਟ ਨੂੰ ਮਦਦ ਕਰਨੀ ਚਾਹੀਦੀ ਹੈ ਜੀ। ਨੁਹਾਰ ਬਦਲਣੀ ਚਾਹੀਦੀ ਹੈ ਜੀ। ਹਾਂ, ਧੰਨਵਾਦ ਜੀ, ਬਹੁਤ ਬਹੁਤ ਜ਼ਿਆਦਾ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣਾ ਕੀਮਤੀ ਸਮਾਂ ਦੇਣ ਲਈ। ਜਿਵੇਂ ਕਿ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਵਾਇਆ, ਸਰਪੰਚ ਸਾਹਿਬ ਨੂੰ ਮਿਲਵਾਇਆ, ਉਹਨਾਂ ਦੀ ਸੋਚ ਦੇਖੀਏ ਤਾਂ ਬਹੁਤ ਹੀ ਸੋਹਣੀ ਸੋਚ ਆ। ਪਿੰਡ ਨੂੰ ਲੈ ਕੇ ਗੱਲ ਕੀਤੀ ਤੇ ਇਹੋ ਜਿਹੇ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਆਪਣੀ ਮੌਜੂਦਗੀ 'ਚ ਕਰਵਾਏ ਤੇ ਕਰਵਾਏ ਵੀ ਬਹੁਤ ਵਧੀਆ। ਵੈਕਸੀਨੇਸ਼ਨ ਨੂੰ ਲੈ ਕੇ ਗੱਲ ਕੀਤੀ ਤਾਂ ਵੈਕਸੀਨੇਸ਼ਨ ਨੂੰ ਲੈ ਕੇ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਵਿੱਚ 70-80% ਤੱਕ ਜਿਹੜੀ ਲੱਗ ਚੁੱਕੀ ਆ, ਥੋੜ੍ਹੇ ਟਾਈਮ ਦੇ ਵਿੱਚ ਉਹ ਵੀ ਕੰਪਲੀਟ 100% ਵੀ ਕਰ ਦਿੱਤੀ ਜਾਊਗੀ। ਸਿਰਫ ਇੱਕ ਵੈਕਸੀਨੇਸ਼ਨ ਦੀ ਕਮੀ ਦਾ ਕਰਕੇ 100% ਤੱਕ ਨਹੀਂ ਕੰਪਲੀਟ ਹੋਈ, ਲੇਕਿਨ ਥੋੜ੍ਹੇ ਟਾਈਮ 'ਚ ਉਹ ਵੀ ਕੰਪਲੀਟ ਕਰ ਦਿੱਤੀ ਜਾਊਗੀ। ਗਲੀਆਂ ਨਾਲੀਆਂ ਤੋਂ ਲੈ ਕੇ ਪਾਰਕ ਤੱਕ ਉਹਨਾਂ ਨੇ ਇਹੋ ਜਿਹੇ ਕੰਮ ਕਰਵਾਏ ਨੇ ਜਿਹੜੇ ਕਿ ਬਹੁਤ ਹੀ ਵਧੀਆ। ਇੱਕ ਉਹਨਾਂ ਨੇ ਕੰਮ ਦੱਸਿਆ ਆਪਣਾ ਕਿ ਜਿਹੜਾ ਪਿੰਡ ਦਾ ਦਰਵਾਜ਼ਾ ਹੁੰਦਾ ਆ,
ਉਹਨਾਂ ਨੇ ਉਸ ਨੂੰ ਇੰਨੇ ਵਧੀਆ ਢੰਗ ਨਾਲ ਬਣਾਇਆ। ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇੰਨੇ ਵਧੀਆ ਢੰਗ ਨਾਲ ਉਹ ਦਰਵਾਜ਼ਾ ਬਣਾਇਆ ਆ ਕਿ ਉਹਦੇ ਵਿੱਚ ਹੀ ਉਹਨਾਂ ਨੇ ਪੰਚਾਇਤ ਘਰ ਉਹਨੂੰ ਬਣਾ ਦਿੱਤਾ ਗਿਆ। ਤੇ ਇੱਕ ਉਹਨਾਂ ਦੀ ਸੋਚ ਨੂੰ ਅਸੀਂ ਵੀ ਸਲਾਮ ਕਰਦੇ ਹਾਂ। ਦੂਸਰੀ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਚਾਹੁੰਦਾ ਹਾਂ ਕਿ ਅਗਲੀ ਵਾਰੀ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ, ਇਸ ਲਈ ਤਾਂ ਕਿ ਉਹ ਵੀ ਪਿੰਡ ਨੂੰ ਇਸ ਤੋਂ ਵੀ ਉੱਪਰ ਜਾ ਕੇ, ਸ਼ਾਇਦ ਕਿਸੇ ਨੂੰ ਹੁੰਦਾ ਹੈ ਕਿ ਮੈਂ ਇਸ ਤੋਂ ਕੁਛ ਅਲੱਗ ਤੋਂ ਸੋਚਿਆ ਹੁੰਦਾ ਹੈ ਕਿ ਮੈਂ ਆਪਣੀ ਸੋਚ ਦੇ ਮੁਤਾਬਿਕ ਕਰਕੇ ਦੇਖਦਾ, ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਵੀ ਜ਼ਰੂਰ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਵੀ ਵਧੀਆ ਕਰਨ। ਤੇ ਇਹ ਇੱਕ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਉਹਨਾਂ ਦੀ ਇੰਨੀ ਵਧੀਆ ਸੋਚ ਆ। ਇਹ ਹੀ ਨਹੀਂ ਕਹਿੰਦੇ ਕਿ ਮੈਂ ਹੀ ਬਣਾ, ਉਹ ਦੂਸਰਿਆਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਨੇ। ਤੇ ਜੇਕਰ ਇਸ ਤਰ੍ਹਾਂ ਹੀ ਸਾਰੇ ਪੰਜਾਬ ਦੇ ਵਿੱਚ ਸਰਪੰਚ ਹੋ ਜਾਣ, ਪਿੰਡਾਂ ਦੇ ਕੰਮ ਕਰਨ ਲੱਗ ਪੈਣ, ਤਾਂ ਪਿੰਡ ਜਿਹੜਾ ਆਪਣੇ ਪੰਜਾਬ ਦਾ, ਸਾਰੇ ਪਿੰਡ ਹੀ ਬਦਲ ਸਕਦੇ ਨੇ। ਗੌਰਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਜਿਹੜੇ ਕੰਮ ਰਹਿ ਗਏ ਨੇ ਉਹ ਉਹਨਾਂ ਦੇ ਕੰਪਲੀਟ ਹੋ ਸਕਣ, ਕਿਉਂਕਿ ਇਸ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਉਹ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਵਾ ਰਹੇ ਨੇ। ਇਸ ਪਿੰਡ ਨੂੰ ਗ੍ਰਾਂਟ ਜ਼ਰੂਰ ਵੱਧ ਤੋਂ ਵੱਧ ਮਿਲਣੀ ਚਾਹੀਦੀ ਹੈ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਜਿਹੜੀ ਬੇਨਤੀ ਆ ਜ਼ਰੂਰ ਸੁਣੋਗੇ। ਤੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਫਿਰ ਮਿਲੂੰਗੀ ਨਵੇਂ ਪਿੰਡ 'ਚ, ਨਵੇਂ ਜ਼ਿਲ੍ਹੇ 'ਚ। ਮੈਨੂੰ ਦੇ ਇਜਾਜ਼ਤ, ਕੈਮਰਾਮੈਨ ਅਮਰਜੀਤ ਦੇ ਨਾਲ।